Subscribe now and press the bell icon. Never miss an update. नमस्कार, मैं हैप्पी सिंगला पीवी न्यूज़ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ। ਇੱਕ ਸਾਈਡ ਕਹਿ ਰਹੇ ਨੇ ਔਰਤਾਂ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ, ਔਰਤਾਂ ਕਿਸੇ ਤੋਂ ਘੱਟ ਨਹੀਂ ਹਨ, ਲੇਕਿਨ ਇਹ ਜ਼ੁਲਮ ਕਿਉਂ? ਇਹ ਜੋ ਤਸੀਹੇ ਦਿੱਤੇ ਜਾਂਦੇ ਨੇ, ਇਹ ਕਿਉਂ ਦਿੱਤੇ ਜਾਂਦੇ ਨੇ? ਗੱਲ ਕਰ ਰਹੇ ਹਾਂ ਇੱਕ ਅਜਿਹੀ ਲੜਕੀ ਬਾਰੇ ਜਿਹਨੇ ਆਪਣੇ ਜੀਵਨ ਵਿੱਚ ਸਿਰਫ ਦੁੱਖ ਹੀ ਦੇਖਿਆ ਹੈ। ਉਹਨੇ ਆਪਣੇ ਜੀਵਨ ਦੇ ਵਿੱਚ ਕਿਵੇਂ ਤਸੀਹੇ ਝੱਲੇ, ਕਿਵੇਂ ਉਹ ਦੁਖੀ ਹੈ, ਕਿਵੇਂ ਪਰਿਵਾਰ ਵੱਲੋਂ ਟੌਰਚਰ ਹੋ ਰਹੀ ਆ। ਗੱਲ ਕਰਵਾਉਂਦੇ ਹਾਂ ਦਰਸ਼ਨਾਂ ਦੇ ਨਾਲ ਅਤੇ ਜਾਣਦੇ ਹਾਂ ਕਿ ਅੱਜ ਅਜਿਹਾ ਕੀ ਹੋ ਗਿਆ ਕਿ ਉਹਨੂੰ ਮੀਡੀਆ ਦੇ ਰੂਬਰੂ ਹੋਣਾ ਪਿਆ। ਆਪਣੀ ਜ਼ਿੰਦਗੀ ਦੇ ਜੋ ਦੁੱਖ ਨੇ ਉਹ ਦੱਸਣੇ ਪੈ ਰਹੇ ਨੇ। ਸਤਿ ਸ਼੍ਰੀ ਅਕਾਲ ਜੀ। नमस्ते। हाँ जी, मेरा नाम दर्शना है। मैं ਕੀ ਹੋਇਆ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਅੱਜ ਤੁਸੀਂ ਮੀਡੀਆ ਦੇ ਰੂਬਰੂ ਹੋ ਰਹੇ ਹੋ? दीदी मेरी पहले भी इतने शादी हुई सी ते उतो तलाक हो गया ते वो बंदा मेरा पहले रहिंदा नहीं सी, रेंट रूंट नहीं भर सकदा सी ते वो बच जांदा सी। एवें करदे करदे 9 साल मैं टपाए हुंदा इंतजार कर करके, फिर वो 2-4 महीने रहिंदा सी, फिर मैं बुलांदी सी, रहिंदा सी, फिर बच जांदा सी रेंट दे मकान 'ਚ। एवें करके फिर उस तो बाद मेरा 9 साल बाद मैं तलाक ले लिया। मेरे भरा ने मेरा तलाक कराता। ਤੁਹਾਡਾ ਤੁਸੀਂ 9 ਸਾਲ ਉਸ ਪਰਿਵਾਰ ਵਿੱਚ ਰਹੇ ਹੋ, ਤੁਹਾਡੇ ਕੋਈ ਬੱਚਾ ਵੀ ਆ? हाँ जी, एक मुंडा है मेरा, 8 साल का मुंडा हो गया सी मेरा। ਉਹ ਜਦੋਂ ਛੋਟਾ ਸੀ ਉਦੋਂ ਹੀ ਛੱਡ ਕੇ ਚਲਾ ਗਿਆ ਸੀ। ਠੀਕ ਤੇ ਉਸ ਤੋਂ ਬਾਅਦ ਫਿਰ ਮੇਰਾ ਤਲਾਕ ਹੋਣ ਤੋਂ ਬਾਅਦ ਮੇਰਾ ਰਿਸ਼ਤਾ ਹੋਇਆ ਦੂਜੀ ਜਗ੍ਹਾ। ਕਿਹੜੀ ਜਗ੍ਹਾ ਤੇ? ਮੱਲੇ ਖਾਂ ਮੇਰੀ ਸ਼ਾਦੀ ਹੋਈ। ਜਿਹੜੇ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਤੇ ਪਹਿਲੇ ਉਹ ਕਹਿੰਦੇ ਬਈ ਇਹ ਬਹੁਤ ਚੰਗਾ ਬੰਦਾ ਹੈ। ਉਹਨਾਂ ਦੇ ਪਿੰਡ ਦੀ ਸੀ, ਮੱਲੇ ਖਾਂ ਦੀ ਸੀ ਵੈਸੇ ਉਹ, ਤੇ ਉਹਨਾਂ ਨੇ ਰਿਸ਼ਤਾ ਕਰਾਇਆ, ਬਹੁਤ ਸਾਰਾ ਕੁਝ ਸਹੀ ਹੈ ਇਹ ਕਰਕੇ। ਤੇ ਮੰਮੀ ਕਹਿੰਦੇ ਚਲੋ ਅਸੀਂ ਦੇਖ ਕੇ ਆਉਂਦੇ ਹਾਂ। ਮੇਰੇ ਭਰਾ ਵੀ ਗਏ, ਮੰਮੀ ਵੀ ਗਈ, ਸਾਰਾ ਕੁਝ ਦੇਖ ਕੇ ਆਏ। ਅਸੀਂ ਸਾਰੀ ਗੱਲਬਾਤ ਕੀਤੀ ਹੈ ਵੀ ਜਿਵੇਂ ਪਹਿਲੇ ਮੇਰਾ ਇੱਕ ਮੁੰਡਾ ਹੈ, ਇਹ ਤਲਾਕਸ਼ੁਦਾ ਕੁੜੀ ਹੈ ਸਾਡੀ, ਵੀ ਮੇਰੇ ਥਾਇਰਾਇਡ ਹੈਗਾ, ਇਹ ਸਾਰੇ ਅਸੀਂ ਸਾਰਾ ਕੁਝ ਖੋਲ੍ਹ ਕੇ ਕਰਿਆ। ਉਹ ਕਹਿੰਦੇ ਜੀ ਨਹੀਂ, ਇਹ ਖੁਸ਼ ਰਹੇਗੀ ਸਾਡੇ ਘਰੇ। ਤੇ ਅਸੀਂ ਫਿਰ ਮੇਰੀ ਮੰਮੀ ਨੇ ਆ ਕੇ ਸਾਡੇ ਨਾਲ ਗੱਲ ਕਰੀ ਤੇ ਕਹਿੰਦੇ ਬਈ ਅਸੀਂ ਪਿੰਡ ਵਾਸਤੇ ਨਾ ਕਰਤੀ। ਤੇ ਉਸ ਤੋਂ ਬਾਅਦ ਇਹ ਜਾ ਕੇ ਜਿਨ੍ਹਾਂ ਨੇ ਰਿਸ਼ਤਾ ਕਰਾਇਆ ਉਹਦੇ ਪਿੱਛੇ ਪੈ ਕੇ ਭਾਬੀ ਮੇਰਾ ਇਸ ਕੁੜੀ ਨਾਲ ਕਰਾ ਦੇ ਰਿਸ਼ਤਾ। ਤੇ ਫਿਰ ਮੇਰੇ ਨਾਲ ਵੀ ਫੋਨ 'ਤੇ ਗੱਲ ਕਰੀ, ਕਹਿੰਦੇ ਮੈਂ ਇੱਥੇ ਹੀ ਰਵਾਂਗਾ ਸਿਰਸਾ, ਮੇਰਾ ਕੰਮ ਹੈ ਮੰਡੀ 'ਚ ਤੇ ਮੈਂ ਰਹਿਣਾ ਸਿਰਸਾ 'ਚ ਹੈ। ਤੇਰੀ ਮੰਮੀ ਨੂੰ ਕਹਿੰਦੇ 2-3 ਮਹੀਨੇ ਦਾ ਟਾਈਮ ਦੇ ਦਿਓ, ਮੈਂ ਆਪਦਾ ਮਕਾਨ ਬਣਾ ਲਾਂਗਾ। ਤੇ ਮੇਰੀ ਇੰਨੀ 60,000 ਮੇਰੀ ਤਨਖਾਹ ਹੈ। ਤੇ ਮੈਂ ਮੇਰੇ ਇਸ ਬੱਚੇ ਨੂੰ ਦੇਵ ਕੁਮਾਰ ਹੈ ਮੇਰੇ ਬੱਚੇ ਦਾ ਨਾਮ, ਤੇ ਉਹਨੂੰ ਕਹਿੰਦੇ ਆ ਵੀ ਮੈਂ ਇਹਨੂੰ ਆਪਦਾ ਮੁੰਡਾ ਬਣਾ ਕੇ ਰੱਖਾਂਗਾ। ਸਭ ਤੋਂ ਪਹਿਲੇ ਇਹ ਅੱਗੇ ਹੋਏਗਾ ਸਭ ਤੋਂ ਪਹਿਲੇ। ਤੇ ਇਹਨੂੰ ਮੈਂ ਬਾਹਰ ਭੇਜਾਂਗਾ ਕੈਨੇਡਾ, ਵੱਡੇ ਸਕੂਲ 'ਚ ਮੈਂ ਇਹਨੂੰ ਪੜ੍ਹਾਵਾਂਗਾ, ਲਿਖਾਵਾਂਗਾ, ਸਾਰਾ ਕੁਝ ਬਹੁਤ ਕੁਝ ਬੋਲਿਆ। ਸਾਡੇ ਘਰੇ ਸੋਨਾ ਚਾਂਦੀ ਬਹੁਤ ਹੁੰਦਾ, ਤੇਰੇ ਕਦਮਾਂ 'ਚ ਲਿਆ ਕੇ ਮੈਂ ਸਾਰੇ ਪੈਸੇ ਰੱਖਾਂਗਾ, ਤੂੰ ਰੱਖ ਕੇ ਪੈਸੇ ਭੁੱਲੇਗੀ। ਤੇ ਵਿਆਹ ਤੋਂ ਪਹਿਲੇ ਇਹਦੇ ਪਿਓ ਨੇ ਸਾਈਨ ਨਾ ਕਰੇ ਤੇ ਮੈਂ 1 ਕਰੋੜ ਰੁਪਇਆ ਦੇਣ ਨੂੰ ਵੀ ਤਿਆਰ ਹਾਂ। ਇਹ ਸਾਰੀ ਗੱਲਾਂ ਇਹਨਾਂ ਨੇ ਕਹੀ ਹੈ। ਉਸ ਤੋਂ ਬਾਅਦ ਅਸੀਂ ਵਿਆਹ ਕਰਤਾ। ਵਿਆਹ ਹੋ ਕੇ ਮੈਂ ਹਫ਼ਤਾ ਕੁ ਉੱਥੇ ਰਹੀ ਹਾਂ। ਉਸ ਤੋਂ ਬਾਅਦ ਮੈਂ ਇੱਥੇ ਆ ਗਈ ਸਿਰਸਾ, ਰੈਂਟ 'ਤੇ ਮਕਾਨ ਲੈ ਲਿਆ। 5 ਦਿਨ ਨਹੀਂ ਹੋਏ ਸੀ ਮੇਰੇ ਵਿਆਹ ਨੂੰ, ਉੱਥੇ ਹੀ ਸ਼ੁਰੂ ਹੋ ਗਏ ਸੀ ਮੱਲੇ ਖਾਈ। ਉਦੋਂ ਦਾ ਤੰਗ ਕਰਦੇ ਕਰਦੇ ਇੰਨਾ ਟਾਈਮ ਹੋ ਗਿਆ, ਮੈਨੂੰ 2.5 ਸਾਲ ਹੋ ਗਏ ਮੇਰੇ ਵਿਆਹ ਨੂੰ। ਇੱਕ ਕੁੜੀ ਹੋ ਗਈ। ਹੁਣ ਤੁਸੀਂ ਕਹੋ ਮੈਨੂੰ ਸ਼ਾਰੀਰਿਕ ਮਾਨਸਿਕ ਰੂਪ ਤੋਂ ਇਹਨੇ ਟੌਰਚਰ ਹੀ ਕਰਿਆ। ਕਿਸ ਤਰ੍ਹਾਂ ਪਰੇਸ਼ਾਨ ਕਰਦੇ? ਮਤਲਬ ਕਿਸ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਨੇ, ਕਿਸ ਤਰ੍ਹਾਂ ਇਹ ਪਰੇਸ਼ਾਨ ਕਰਦੇ? ਮੈਂ ਇਹਨਾਂ ਨੂੰ ਕਿਹਾ ਸੀ ਕਿ ਮੈਨੂੰ ਅਜੇ ਬੱਚਾ ਨਹੀਂ ਚਾਹੀਦਾ, ਫਿਰ ਵੀ ਇਹਨਾਂ ਨੇ ਇਸ ਤਰ੍ਹਾਂ ਦਾ ਮੇਰੇ ਹਾਲਾਤ ਕਰਤੇ ਕਿ ਮੈਨੂੰ ਮਜਬੂਰਨ ਤੁਸੀਂ ਕਹੋ ਕਿ ਇਹ ਜ਼ਬਰਦਸਤੀ ਦੀ ਕੁੜੀ ਹੋਈ ਹੈ। ਬਸ ਮੇਰਾ ਇਹ ਬੱਚਾ ਹੋਣਾ ਸੀ ਤੇ ਹੋ ਗਿਆ। ਮੈਂ ਵਿਚੋਲਨ ਦੇ ਕੋਲ ਵੀ ਗਈ, 2-3 ਵਾਰੀ ਮੈਂ ਵਿਚੋਲਨ ਦੇ ਕੋਲ ਵੀ ਗਈ। ਉਹਨਾਂ ਨੇ ਕਿਹਾ ਨਹੀਂ ਜੀ ਇਹ ਠੀਕ ਹੋ ਜਾਏਗਾ, ਬੱਚਾ ਹੋਣ ਤੋਂ ਬਾਅਦ ਇਹ ਸੁਧਰ ਜਾਏਗਾ। ਲੇਕਿਨ ਇਹ ਬੰਦਾ ਉਦੋਂ ਵੀ ਨਹੀਂ ਸੁਧਰਿਆ, ਬੱਚਾ ਵੀ ਹੋ ਗਿਆ। ਮੇਰੀ ਮੰਮੀ ਦੇ ਘਰ ਹੀ ਮੈਂ ਰਹੀ ਹਾਂ। ਮੈਂ 8 ਮਹੀਨੇ ਦੀ ਪ੍ਰੈਗਨੈਂਟ ਸੀ। ਸਿਰਫ ਮੈਂ ਇਹ ਹੀ ਕਿਹਾ ਸੀ ਮੇਰੇ LCD ਰਿਚਾਰਜ ਕਰਾ ਲਓ ਤੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵੀ ਅਸੀਂ ਵੀ TV ਦੇਖ ਲਈਏ।
ਨਹੀਂ ਬਸ ਰਿਚਾਰਜ ਪਿੱਛੇ ਮੇਰਾ 8ਵੇਂ ਮਹੀਨੇ 'ਚ ਇਹਨਾਂ ਨੇ ਇੰਨੀ ਮਾਰ ਕੁਟਾਈ ਕਰੀ ਨਾ, ਮੇਰੇ ਮੂੰਹ 'ਚੋਂ ਵੀ ਖੂਨ ਨਿਕਲ ਗਿਆ, ਮੇਰੇ ਹੱਥ ਉੱਤੇ ਮਰੋੜਦੇ, ਮੇਰੇ ਮੂੰਹ ਸੁੱਜ ਗਿਆ ਸਾਰਾ, ਮੇਰੀ ਕਮਰ ਦੇ ਉੱਤੇ ਮਾਰ ਮਾਰ ਕੇ ਮੇਰਾ ਕਮਰ ਸਿੱਧੀ ਕਰਤੀ ਇਹਨਾਂ ਨੇ। ਫਿਰ ਮੇਰੇ ਭਰਾ ਵੀ ਆਏ ਇਸ ਗੱਲ 'ਤੇ, ਉਹਨਾਂ ਨੇ ਵੀ ਫਿਰ ਵੱਜ ਗਏ। ਫਿਰ ਮੈਂ ਮਹਿਲਾ ਥਾਣੇ 'ਤੇ ਗਈ, ਇਹਨਾਂ ਨੇ ਇਹ ਨਹੀਂ ਦੇਖਿਆ ਵੀ ਕੁੜੀ ਦੇ ਬੱਚੇ ਦੇ ਕੁਝ ਹੋ ਜਾਏਗਾ, ਇਹਦੇ ਕੁਝ ਹੋ ਜਾਏਗਾ, ਨਹੀਂ। ਉਸ ਤੋਂ ਬਾਅਦ ਮੈਂ ਮਹਿਲਾ ਥਾਣੇ ਗਈ, ਮਹਿਲਾ ਥਾਣੇ ਵਾਲਿਆਂ ਨੂੰ ਇਹਨਾਂ ਨੇ ਪੈਸੇ ਖਵਾਤੇ, ਪੈਸੇ ਖਵਾ ਕੇ ਉਹਨਾਂ ਨੇ ਸਮਝੌਤਾ ਕਰਾਤਾ। ਮਹਿਲਾ ਥਾਣੇ ਵਾਲਿਆਂ ਨੂੰ ਪੇਮੈਂਟ ਕਿਸ ਨੇ ਦਿੱਤੀ? ਇਹ ਆਪ ਹੀ ਕਹਿੰਦੇ ਕਿ ਅਸੀਂ ਮਹਿਲਾ ਥਾਣੇ ਵਾਲੇ ਨੂੰ, ਲੇਡੀ ਸੀ ਬਲਜੀਤ ਕੌਰ ਪਤਨੀ ਬਲਵੰਤ ਕੌਰ ਐਵੇਂ ਮੈਡਮ ਸੀ, ਉਹਨਾਂ ਨੂੰ ਇਹਨਾਂ ਨੇ ਪੈਸੇ ਖਵਾਏ। ਤੇ ਉੱਥੇ ਮੈਡਮ ਨੇ ਕਹਿਤਾ ਤੂੰ ਇੱਕ ਵਾਰੀ ਚਲੀ ਜਾ, ਮੇਰੇ ਕਹਿਣ 'ਤੇ ਚਲੀ ਜਾ, ਇੱਕ ਮੌਕਾ ਦੇ ਦੇ। ਤੇ ਅਸੀਂ ਉਹ ਵੀ ਕਰ ਲਿਆ, ਮੌਕਾ ਵੀ ਦੇਤਾ। ਉਸ ਤੋਂ ਬਾਅਦ ਫਿਰ ਇਹਨਾਂ ਦੇ ਉਹੀ ਹਾਲਾਤ ਸ਼ੁਰੂ ਹੋ ਗਏ, ਜ਼ਬਰਦਸਤੀਆਂ ਕਰਨੀ, ਮੇਰੇ ਬੱਚੇ ਦੀ ਸ਼ਰਮ ਨਹੀਂ ਕਰਨੀ। ਮੇਰਾ ਬੇਟਾ 10 ਸਾਲਾਂ ਦਾ ਹੋ ਗਿਆ, ਤੇ ਜਦੋਂ 8 ਸਾਲ ਦਾ ਸੀ ਵਿਆਹ ਕੇ ਲੈ ਕੇ ਗਿਆ, ਉਦੋਂ ਵੀ ਇਹੀ ਕਰਦਾ ਸੀ, ਲੰਘਦੇ ਟੱਪਦੇ ਦੀ ਵਾਰੀ ਆਉਂਦੀ ਨਾ ਨਿੱਕਰ ਖੋਲ ਕੇ ਨਾ ਉਹਨੂੰ ਕਿਸ ਕਰਦਾ ਸੀ, ਵਾਰੀ ਇਹੀ ਕੰਮ। ਉਹ ਮੈਨੂੰ ਕਹਿੰਦਾ ਮੰਮੀ ਡੈਡੀ ਨੂੰ ਹਟਾ ਲਓ, ਮੰਮੀ ਡੈਡੀ ਨੂੰ ਹਟਾ ਲਓ। ਮੈਂ ਕਹਿੰਦਾ ਮੈਂ ਪਿਆਰ ਕਰਨਾ। ਮੈਂ ਉਹਨੂੰ ਕਹਿੰਦੀ ਮੈਂ ਇਸ ਤਰ੍ਹਾਂ ਕਿ ਪਿਆਰ ਹੁੰਦਾ, ਨਹੀਂ ਮੰਨਿਆ। ਇਹ ਜਦੋਂ ਮੇਰੀ ਕੁੜੀ ਹੋਈ ਉਸ ਤੋਂ ਬਾਅਦ ਉਹਨੇ ਇਹ ਕੰਮ ਸਾਰਾ ਕਰਨੇ ਛੱਡੇ। ਫਿਰ ਮੈਨੂੰ ਕਹਿੰਦਾ ਇੰਨੀ ਤਨਖਾਹ, ਜਦੋਂ ਸਾਡਾ ਘਰ ਨਹੀਂ ਚੱਲਦਾ, ਇੰਨੀ ਤਨਖਾਹ ਹੋਣ ਤੋਂ ਬਾਅਦ ਨਾ ਕੋਈ ਪੈਸੇ ਦਿੰਦਾ। ਫਿਰ ਮੈਨੂੰ ਕਿਹਾ ਮੈਨੂੰ ਤਨਖਾਹ ਲਿਆ ਕੇ ਦਿਖਾਓ। ਫਿਰ ਕਹਿੰਦੇ ਨਾ ਤਨਖਾਹ ਨਹੀਂ ਮੈਂ ਤੈਨੂੰ ਦਿੰਦਾ, ਤਨਖਾਹ ਨਹੀਂ ਮੈਂ ਦਿੰਦਾ, ਨਹੀਂ ਦਿੱਤੀ। ਉਸ ਤੋਂ ਬਾਅਦ ਮੈਂ ਕਿਹਾ ਕਸਮ ਖਾ ਲਓ। ਫਿਰ ਮੈਂ ਮੰਮੀ ਦੇ ਘਰੇ ਬੈਠੀ ਸੀ ਜਦੋਂ ਕੁੜੀ ਹੋਈ। ਉਸ ਤੋਂ ਬਾਅਦ ਕਹਿੰਦੇ ਤੂੰ ਘਰ ਚੱਲ। ਮੈਂ ਕਿਹਾ ਮੈਂ ਘਰ ਚੱਲ ਜਾਂਗੀ, ਜਦੋਂ ਬਈ ਤੁਸੀਂ ਘਰ ਕੇ ਖਰਚਾ ਉਠਾਓਗੇ, ਚੰਗੀ ਤਰ੍ਹਾਂ ਪੈਸੇ ਹੱਥ 'ਚ ਰੱਖੋਗੇ, ਮੈਂ ਚੱਲ ਜਾਂਗੀ, ਠੀਕ ਹੈ। ਇਹ ਕਹਿੰਦੇ ਮੇਰੀ ਤਨਖਾਹ ਨਹੀਂ ਹੈ, ਮੈਂ ਕੁੜੀ ਦੀ ਕਸਮ ਖਾਂਦਾ ਮੇਰੀ 19,000 ਤਨਖਾਹ ਹੈ। ਮੈਂ ਕਿਹਾ ਠੀਕ ਹੈ, ਮੈਂ ਇਹ ਗੱਲ ਤੁਸੀਂ ਪਹਿਲੇ ਸੱਚ ਬੋਲ ਦਿੰਦੇ ਤਾਂ ਕੀ ਸੀ, ਨਹੀਂ ਠੀਕ ਹੈ ਕਿ ਹੁਣ ਮੈਂ ਨਾ ਤੈਨੂੰ ਤਨਖਾਹ ਵੀ ਦਿਖਾਵਾਂਗਾ, ਮੈਂ ਸਾਰੀ ਜ਼ਿੰਮੇਵਾਰੀਆਂ ਵੀ ਉਠਾਵਾਂਗਾ। ਮੇਰੇ ਮੁੰਡੇ ਦਾ ਇਹਨੇ ਕੋਈ ਕੰਮ ਨਹੀਂ ਕਰਾਇਆ ਸੀ। ਫਿਰ ਮੈਂ ਕਿਹਾ, ਉਸ ਤੋਂ ਬਾਅਦ ਉਹਨੇ ਮੇਰੇ ਮੁੰਡੇ ਦਾ ਥੋੜ੍ਹਾ ਜਿਹਾ ਗੋਦਨਾਮੇ 'ਚ ਉਹ ਲਿਖਵਾਇਆ। ਹੁਣ ਉਸ ਤੋਂ ਬਾਅਦ ਫਿਰ ਮੇਰੀ ਭਰਜਾਈ ਬੋਲੀ, ਫਿਰ ਇਹਨਾਂ ਨੇ ਉਹੀ ਕੰਮ, ਲੜਾਈ ਝਗੜਾ, ਨਾ ਖਰਚਾ ਦੇਣਾ। ਨੌਰੀਆ ਬਾਜ਼ਾਰ ਰਹਿ ਕੇ ਆਈ, ਨੌਰੀਆ ਬਾਜ਼ਾਰ ਮੈਂ ਗਈ ਤੇ ਇੱਕ ਨੌਰੀਆ ਬਾਜ਼ਾਰ ਵਾਲਾ ਵੀ ਤੁਹਾਡਾ ਮੈਟਰ ਆ ਰਿਹਾ ਸੀ ਵੀ ਕੋਈ ਲੜਕੀ ਨੂੰ ਰੱਖਿਆ ਹੋਇਆ ਸੀ, ਉਹ ਕੀ ਮਾਮਲਾ ਹੈ ਤੁਹਾਡਾ? ਨੌਰੀਆ ਬਾਜ਼ਾਰ ਇਹ ਕਹਿੰਦੇ ਸੀ ਮੇਰੀ ਭਾਂਜੀ ਰਹੇਗੀ, ਕਹਿੰਦੇ 3 ਮਹੀਨੇ ਉਹ ਰਹੇਗੀ, ਉਹਨੇ ਆਈਲੈਟਸ ਕਰਕੇ ਬਾਹਰ ਮੈਂ ਭੇਜਣਾ ਹੈ, ਠੀਕ ਹੈ। ਜਦੋਂ ਮੈਂ ਹਾਂ ਕਰਤੀ, ਮੈਂ ਕਿਹਾ 1 ਰੂਮ ਹੈ ਸਾਡਾ, 2 ਰੂਮ ਵਾਲਾ ਰੂਮ ਲੈ ਲਓ। ਤੇ ਇਹ ਕਹਿੰਦੇ ਨਾ ਮੈਂ ਨਹੀਂ ਲੈਂਦਾ, ਇੱਥੇ ਐਡਜਸਟਮੈਂਟ ਕਰੋ। ਤੇ ਠੀਕ ਹੈ, ਉਹ ਵੀ ਲੈ ਲਿਆ, ਚਲ ਠੀਕ ਹੈ। ਉਹ ਆ ਗਈ, ਉਹਨੂੰ ਲੈ ਆਏ। ਉਸ ਤੋਂ ਬਾਅਦ ਕਹਿੰਦੇ ਆਈਲੈਟਸ ਤਾਂ ਗਈ ਨਹੀਂ, ਕਹਿੰਦੇ ਪਾਰਲਰ ਦਾ ਕੰਮ ਕਰਾਉਣਾ, ਉਹਨੂੰ ਸਿਖਾਉਣਾ ਮੈਂ ਪਾਰਲਰ ਦਾ ਕੋਰਸ। ਉਹਨੂੰ ਪਾਰਲਰ ਦਾ ਕੋਰਸ ਸਿਖਾਉਣ ਲੱਗੇ। ਫਿਰ ਕਹਿੰਦੇ ਮੇਰੀ ਭੈਣ ਵੀ ਆਏਗੀ, ਤੇ ਉਹ ਰਹਿ ਗਏ 2 ਸਾਲ ਇੱਥੇ। ਮੈਂ ਕਿਹਾ 2 ਸਾਲ ਰਹਿ ਗਏ ਤਾਂ ਬਈ ਕਮਰਾ ਹੁਣ ਦੂਜਾ ਲੈਣਾ ਪਏਗਾ। ਕਮਰੇ ਵਾਸਤੇ ਇਹਨਾਂ ਨੇ ਨਾ ਕਰਤਾ ਵੀ ਮੈਂ ਮਕਾਨ ਦੂਜਾ ਨਹੀਂ ਲੈ ਸਕਦਾ, ਮੈਂ ਗੁਜ਼ਾਰਾ ਲਾਇਕ ਮੇਰਾ ਇਹੀ ਹੈ, ਸਹੀ ਠੀਕ ਹੈ। ਮੈਂ ਕਿਹਾ ਬਈ ਚਲੋ ਬਈ ਹੁਣ ਐਵੇਂ ਤਾਂ ਗੁਜ਼ਾਰਾ ਨਹੀਂ ਹੋ ਸਕਦਾ ਵੀ ਇੱਕ ਛੋਟਾ ਜਿਹਾ ਕਮਰਾ, ਸਿਰਫ ਬੈੱਡ ਆਉਂਦਾ, ਉਹਦੇ 'ਚ ਕੁਝ ਨਹੀਂ ਆਉਂਦਾ। ਫਿਰ ਇਹ ਕਹਿੰਦੇ ਤੂੰ ਰਹਿਣਾ ਤਾਂ ਰਹਿ, ਨਹੀਂ ਤਾਂ ਮੈਂ ਤਾਂ ਮੇਰੀ ਭਾਂਜੀ ਨੂੰ ਜਾ ਚੜਾਉਣਾ। ਇਹ ਗੱਲ ਇਹਨਾਂ ਨੇ ਮੈਨੂੰ ਕਹੀ। ਕਹਿੰਦੇ ਉਸ ਤੋਂ ਬਾਅਦ ਫਿਰ ਸਾਡਾ ਝਗੜਾ ਹੋਇਆ, ਮੇਰੀ ਕੁੜੀ ਨੂੰ ਚੱਕ ਕੇ ਲੈ ਗਏ, ਮੇਰੀ ਕੁੜੀ ਨੂੰ ਨਹੀਂ ਦਿੱਤੀ, ਮੈਂ ਮੰਗ ਕੇ ਥੱਕ ਗਈ। ਮੇਰੀ ਬੇਟੀ ਕਿੰਨੇ ਸਾਲ ਦੀ? ਮੇਰੀ ਹੁਣ 1.5 ਸਾਲ ਦੀ ਹੋ ਗਈ। ਜਦੋਂ 9 ਮਹੀਨੇ ਦੀ ਸੀ ਉਹਨੂੰ ਲੈ ਕੇ ਚਲਾ ਗਿਆ ਇਹ। ਰਾਤ ਦੇ 11 ਵਜੇ ਮੈਂ ਉਹਨੂੰ, ਮੇਰੀ ਭੂਆ ਦੀ ਕੁੜੀ ਰਹਿੰਦੀ ਇੱਥੇ ਨੌਰੀਆ ਬਾਜ਼ਾਰ, ਉਹਨਾਂ ਦੇ ਘਰੋਂ ਮੈਂ ਉਹਨੂੰ ਲੈ ਕੇ ਆਈ, ਲੈ ਕੇ ਚਲਾ ਗਿਆ ਸੀ, ਪਿੰਡ ਲੈ ਆਇਆ। ਫਿਰ ਆਪਦੀ ਭੈਣ ਨੂੰ ਲਿਆਇਆ ਇੱਥੇ, ਉਹ ਰੋ ਕੇ ਪਾਗਲ ਹੋ ਗਈ। ਤੇ ਫਿਰ ਮੈਂ ਫੋਨ ਕਰਕੇ ਮੇਰੀ ਦੀਦੀ ਨੂੰ ਕਹਿ ਕੇ ਬਈ ਇਹਦਾ ਧਿਆਨ ਰੱਖਣਾ, ਇਹ ਮੈਨੂੰ ਦਿੰਦਾ ਨਹੀਂ ਸੀ। ਬੜੀ ਮੁਸ਼ਕਿਲ ਨਾਲ ਮੈਂ ਰਾਤ ਨੂੰ 11 ਵਜੇ ਮੇਰੀ ਕੁੜੀ ਨੂੰ ਲੈ ਕੇ ਆਈ। ਉਸ ਫਿਰ ਇਹਦਾ ਉਹੀ ਹਾਲ। ਫਿਰ ਜਦੋਂ ਵੀ ਮੈਨੂੰ ਧਮਕੀਆਂ ਦਿੰਦਾ, ਮੇਰੀ ਭਾਬੀ ਬੋਲੀ ਵਿੱਚੇ ਬੋਲਣ ਲੱਗੀ। ਧਮਕੀਆਂ ਕੀ ਦਿੰਦੇ ਨੇ ਤੁਹਾਨੂੰ? ਮੇਰੀ ਭਰਜਾਈ ਬੋਲਣ ਲੱਗੀ ਸੀ, ਤੇ ਮੇਰੀ ਭਰਜਾਈ ਵਿੱਚ ਬੋਲਣ ਲੱਗੀ ਤੇ ਉਹਨੂੰ ਕਹਿੰਦੇ ਆ ਤੇਰੇ ਦੇ ਮੱਥੇ ਤੇ ਮੈਂ ਗੋਲੀ ਮਾਰ ਦਾਂਗਾ, ਮੈਂ ਮੱਥੇ ਤੇ ਗੋਲੀ ਮਾਰ ਦਾਂਗਾ, ਤੂੰ ਆਪਦਾ ਪਹਿਲੇ ਕੇਸ ਵਾਪਸ ਲੈ ਲੈ। ਇਸ ਕਰਕੇ ਮੈਂ ਪਹਿਲੇ ਵਾਲਾ ਵੀ ਕੇਸ ਵਾਪਸ ਲੈ ਲਿਆ। ਦੁਬਾਰਾ ਫਿਰ ਇਹੀ ਕਰਦੇ ਕਿ ਤੈਨੂੰ ਨਾ ਰੋਜ਼ ਮੈਨੂੰ ਧਮਕੀਆਂ ਦਿੰਦੇ ਕਿ ਤੇਰੇ ਥਾਇਰਾਇਡ ਹੈ, ਤੇਰਾ ਗਲਾ ਦਬਾ ਕੇ ਮੈਂ ਮਾਰ ਦਾਂਗਾ, ਕਹਿ ਦਾਂਗਾ ਮੈਂ ਅਟੈਕ ਆ ਗਿਆ। ਉਸ ਤੋਂ ਬਾਅਦ ਫਿਰ ਕਹਿੰਦੇ ਮੈਂ ਸੀੜੀਆਂ ਤੋਂ ਧੱਕਾ ਮਾਰ ਦਾਂਗਾ, ਕਹਿ ਦਾਂਗਾ ਐਕਸੀਡੈਂਟ ਹੋ ਕੇ ਮਰ ਗਈ। ਹੁਣ ਪਰਸੋਂ ਵੀ ਬਾਹਰ ਐਵੇਂ ਬੋਲ ਕੇ ਗਏ ਆ, ਕਹਿੰਦੇ ਕਿ ਸਿਰ ਫੋੜ ਦਾਂਗਾ ਮੈਂ ਇਹਦਾ, ਸਾਰੀ ਗਲੀ 'ਚ ਦੇਖ ਕੇ ਗਏ ਆ।
ਰੋਜ਼ ਮੇਰੇ ਉੱਤੇ ਇਹ ਕਹਿੰਦੇ ਆ ਤੈਨੂੰ ਮੈਂ ਦੂਜਾ ਵਿਆਹ ਕਰਾ ਲਿਆ ਤੇ ਇਹ ਕਹਿੰਦੇ ਆ ਤੈਨੂੰ ਬੰਦੇ ਬਦਲਣ ਦੀ ਆਦਤ ਹੈ। ਰੋਜ਼ ਕਹਿ ਮਾਂ ਬੇਟੀਆਂ, ਅਗਰ ਮੈਂ ਮਾਂ ਦੇ ਘਰੇ ਰਹਿੰਦੀ ਹਾਂ ਇਸ ਤੋਂ ਪਰੇਸ਼ਾਨ ਹੋ ਕੇ ਤੇ ਕਹਿੰਦੇ ਮਾਂ ਬੇਟੀਆਂ ਧੰਦਾ ਕਰਦੀ ਹੈ ਰੋਜ਼ ਜਦੋਂ ਤੱਕ ਮੈਂ ਨਹੀਂ ਜਾਂਦੀ ਉਦੋਂ ਤੱਕ ਇੱਥੇ ਮੈਨੂੰ ਪਰੇਸ਼ਾਨ ਕਰਦੇ ਆ। ਤੰਗ ਆ ਕੇ ਮੈਂ ਇਹਦੇ ਨਾਲ ਚਲੀ ਜਾਂਦੀ ਹਾਂ। 2 ਦਿਨ ਉੱਥੇ ਮੈਨੂੰ ਘਰੇ ਰਹਿਣ ਨਹੀਂ ਦਿੰਦੇ, ਫਿਰ ਉਹੀ ਹਾਲ ਲੈਂਦੇ। ਰੋਜ਼ ਉੱਥੇ ਵੀ ਟੌਰਚਰ ਕਰਦੇ ਆ, ਕਿਸੇ ਦੀ ਸ਼ਰਮ ਨਹੀਂ, ਕੋਈ ਬੱਚੇ ਦੀ ਸ਼ਰਮ ਨਹੀਂ, ਕਿਸੇ ਹੋਰ ਦੀ ਕਿਸੇ ਦੀ ਸ਼ਰਮ ਨਹੀਂ ਹੈ। ਇਸ ਤਰ੍ਹਾਂ ਦੇ ਇਹ ਕੰਮ ਕਰਦੇ ਆ। ਆਰ ਕੇ ਫਿਰ ਮੈਨੂੰ ਆਪਦੇ ਮਾਂ ਦੇ ਘਰੇ ਆਉਣਾ ਪੈਂਦਾ। ਮੈਂ ਇੱਥੇ ਆਪਦੇ ਸਿਲਾਈ ਕਰਕੇ ਆਪਦਾ ਗੁਜ਼ਾਰਾ ਕਰਦੀ ਹਾਂ, ਉਹ ਵੀ ਮੈਨੂੰ ਨਹੀਂ ਕਰਨ ਦਿੰਦੇ ਸਹੀ। ਜਦੋਂ ਮੈਂ ਪੈਸੇ ਲੁਕੋ ਕੇ ਰੱਖਦਾ ਉਹ ਪੈਸੇ ਵੀ ਲੈ ਕੇ ਚਲੇ ਜਾਂਦੇ ਆ। ਫਿਰ ਮੇਰੀ ਮਾਂ ਨੂੰ ਕਹਿੰਦੇ ਆ, ਮੇਰੀ ਮਾਂ ਨੂੰ ਮਾਰਨ ਦੀ ਲੱਗੀ ਰਹਿੰਦੇ ਵੀ ਜਦੋਂ ਵੀ ਇਹ ਬਈ ਮਰੇ ਇਹ ਦੁਕਾਨ ਮੈਨੂੰ ਦੇ। ਇਹ ਵਾਲੀ ਬਾਤ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਮੈਂ ਪ੍ਰਸ਼ਾਸਨ ਤੋਂ ਕਹਿੰਦੀ ਹਾਂ ਕਿ ਮੈਨੂੰ ਕੋਈ ਇਨਸਾਫ ਦਿਲਾਇਆ ਜਾਏ, ਮੇਰੀ ਮਦਦ ਕੀਤੀ ਜਾਏ। ਇਸ ਬੰਦੇ ਨੇ ਮੈਨੂੰ ਜਦੋਂ ਦਾ ਮੇਰਾ ਵਿਆਹ ਹੋਇਆ ਬਸ ਦੁੱਖ ਹੀ ਦੁੱਖ ਦਿੱਤੇ ਹੈ। ਮਾਰ ਪਿਟਾਈ, ਲੜਾਈ ਝਗੜਾ। 4 ਦਿਨ 1 ਹਫ਼ਤਾ ਮੈਂ ਮੇਰੇ ਘਰੇ ਨਹੀਂ ਰਹਿ ਸਕਦੀ। ਇੰਨਾ ਮੈਨੂੰ ਇਹ ਪਰੇਸ਼ਾਨ ਕਰਦਾ ਕਿ ਹਫ਼ਤਾ ਤਾਂ ਮੈਂ ਰਹਿ ਹੀ ਨਹੀਂ ਸਕਦੀ। ਉਦੋਂ ਮੈਨੂੰ ਬਾਹਰ ਕੱਢ ਦਿੰਦਾ, ਕੋਈ ਖਰਚਾ ਪਾਣੀ ਨਹੀਂ, ਬਸ ਇੱਕ ਸਿਰਫ ਆਟਾ ਰਾਸ਼ਨ ਦੇਖ ਲਓ, ਉਸ ਤੋਂ ਇਲਾਵਾ ਸਾਨੂੰ ਕੁਝ ਨਹੀਂ ਚਾਹੀਦਾ। ਕੋਈ ਦੁੱਖ ਹੈ, ਤਕਲੀਫ ਹੈ, ਦਵਾਈ ਹੈ, ਪਾਣੀ ਹੈ, ਕੁਝ ਨਹੀਂ। ਪਹਿਲੇ ਮੈਨੂੰ ਇੰਨਾ ਸ਼ੱਕ ਕਰਦਾ ਸੀ ਹਰ ਬੰਦੇ ਦੇ ਉੱਤੇ। ਮੇਰਾ ਪਰਸ ਦੀ ਤਲਾਸ਼ੀਆਂ ਲੈਂਦਾ, ਮੇਰਾ ਫੋਨ ਦੀ ਚੈੱਕ ਕਰਦਾ ਵਾਰੀ ਕੁਝ ਨਹੀਂ ਮਿਲਦਾ। ਕਦੇ ਮੰਮੀ ਦੇ ਘਰੇ ਵੀ ਮੈਂ ਆ ਜਾਂਦਾ ਇੱਕ ਸੂਟ ਲੈ ਕੇ ਵੀ, ਉਹ ਵੀ ਖੋਲ ਕੇ ਦੇਖਦਾ ਬਈ ਕੀ ਲੈ ਕੇ ਜਾ ਰਹੀ ਹੈ। ਹੁਣ ਮੇਰੀ ਭਾਬੀ ਬੋਲੀ ਹੈ, ਮੇਰੀ ਭਾਬੀ ਦੇ ਉੱਤੇ ਹੱਥ ਉਠਾ ਲਿਆ, ਅੱਖ ਉਹਦੀ ਬਾਹਰ ਆ ਗਈ, ਨਿਕਲ ਗਈ, ਉਹਦੇ ਕੱਪੜੇ ਫਾੜਤੇ। ਕੱਪੜੇ ਫਾੜਤੇ। ਫਿਰ ਅਸੀਂ ਉੱਥੇ ਗਏ, ਉਹਨੇ ਵੀ ਕੰਪਲੇਂਟ ਲਿਖਾਈ ਆਪਦੀ ਤਰਫੋਂ ਥਾਣੇ 'ਚ, ਤੇ ਥਾਣੇ ਵਾਲਿਆਂ ਨੂੰ ਵੀ ਪੈਸੇ ਖਵਾਇਆ ਹੈ। ਫਿਰ ਉਹਦਾ ਕੇਸ ਉਹ ਇਕੱਲੀ ਕਰਕੇ ਉਹ ਰਹਿ ਗਈ। ਫਿਰ ਉਹਦੀ ਆਵਾਜ਼ ਸਾਡੀ ਦਬਾ ਦਿੱਤੀ ਗਈ। ਗੱਲ ਕਰਵਾਈ ਹੈ ਦਰਸ਼ਨਾਂ ਦੇ ਨਾਲ। ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ ਕਿਸ ਤਰ੍ਹਾਂ ਪਰੇਸ਼ਾਨ ਕੀਤਾ ਗਿਆ ਹੈ ਇਸ ਬੱਚੀ ਨੂੰ, ਸੋਚ ਕੇ ਸੁਣ ਕੇ ਵੀ ਹੈਰਾਨਗੀ ਹੋ ਰਹੀ ਹੈ ਇਸ ਤਰ੍ਹਾਂ ਦੇ ਇਨਸਾਨਾਂ ਤੇ, ਕਿ ਇਸ ਤਰ੍ਹਾਂ ਦੇ ਮਰੀਆਂ ਜ਼ਮੀਰਾਂ ਵਾਲੇ ਲੋਕ ਵੀ ਇੱਥੇ ਰਹਿ ਰਹੇ ਨੇ। ਤੇ ਉਸ ਤੋਂ ਵੱਧ ਸ਼ਰਮ ਆ ਰਹੀ ਹੈ ਇਸ ਤਰ੍ਹਾਂ ਦੇ ਪ੍ਰਸ਼ਾਸਨ ਤੇ। ਇੱਕ ਪ੍ਰੈਗਨੈਂਟ ਲੇਡੀਜ਼ ਨੂੰ ਇੰਨਾ ਕੁੱਟਿਆ ਗਿਆ। ਸਮਝੌਤਾ ਹੁੰਦਾ ਹੈ ਕਿ ਸਜ਼ਾ ਦੇ ਕੋਈ ਪ੍ਰਾਵਧਾਨ ਨਹੀਂ ਆ, ਕੀ ਕਾਨੂੰਨ ਸਿਰਫ ਪੈਸੇ ਵਾਲਿਆਂ ਲਈ ਹੈ। ਹੋਰ ਵੀ ਅਪਡੇਟ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਜ਼ਿਆਦਾ ਅਪਡੇਟ ਲਈ ਜੁੜੇ ਰਹੋ PV ਨਿਊਜ਼।